ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਹਾਂਜੀ, ਕਿਵੇਂ ਹੋ ਤੁਸੀਂ ਸਾਰੇ? ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਆਪਾਂ ਹਾਜ਼ਰ ਹਾਂ ਜੀ ਹਿੰਦੀ ਦੀ ਨਵੀਂ ਕਲਾਸ ਲੈ ਕੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਟੌਪਿਕ ਕਰਨ ਵਾਲੇ ਹਾਂ ਉਹ ਕਰਨ ਵਾਲੇ ਹਾਂ ਜੀ ਵਿਕਾਰੀ ਸ਼ਬਦ ਤੇ ਅਵਿਕਾਰੀ ਸ਼ਬਦ। ਠੀਕ ਹੈ, ਦੋਨੋਂ ਹੀ ਟੌਪਿਕ ਜਿਹੜਾ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ। ਭਾਸ਼ਾ ਲਿਪੀ ਹੋ ਗਿਆ, ਵਰਣ ਵਿਚਾਰ, ਸ਼ਬਦ ਵਿਚਾਰ, ਇਹ ਜਿਹੜੇ ਨੇ ਕਵਰ ਹੋ ਚੁੱਕੇ ਨੇ। ਇਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਜੇਕਰ ਤੁਸੀਂ ਇਹ ਕਲਾਸਿਸ ਅਟੈਂਡ ਨਹੀਂ ਕੀਤੀਆਂ ਹੈਗੀਆਂ ਤਾਂ ਜ਼ਰੂਰ ਅਟੈਂਡ ਕਰੋ। ਤਾਂ ਆਓ ਅੱਜ ਦਾ ਚੈਪਟਰ ਵਿਕਾਰੀ ਸ਼ਬਦ ਤੇ ਅਵਿਕਾਰੀ ਸ਼ਬਦ। ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਿਕਾਰੀ ਔਰ ਅਵਿਕਾਰੀ ਹੁੰਦਾ ਕੀ ਹੈ। ਜਿਵੇਂ ਕਿ ਇਹਦੇ ਵਿੱਚ ਦੱਸਿਆ ਸੀ ਕਿ ਪ੍ਰਯੋਗ ਦੇ ਆਧਾਰ 'ਤੇ ਸ਼ਬਦਾਂ ਦੇ ਦੋ ਭੇਦ ਹੁੰਦੇ ਨੇ। ਠੀਕ ਹੈ, ਦੋ ਪਾਰਟ ਹੁੰਦੇ ਨੇ। ਕਿਹੜੇ ਕਿਹੜੇ ਜੀ? ਵਿਕਾਰੀ ਸ਼ਬਦ ਤੇ ਅਵਿਕਾਰੀ ਸ਼ਬਦ। ਵਿਕਾਰ ਦਾ ਮਤਲਬ ਹੁੰਦਾ ਹੈ ਜੀ ਚੇਂਜ। ਠੀਕ ਹੈ, ਵਿਕਾਰ ਦਾ ਮਤਲਬ ਹੁੰਦਾ ਹੈ ਕੋਈ ਬਦਲਾਵ ਜਾਂ ਕੋਈ ਚੇਂਜ। ਠੀਕ ਹੈ, ਜਿਸ ਦੇ ਵਿੱਚ ਤਾਂ ਦੇਖੋ ਚੇਂਜ ਆ ਜਾਵੇ ਉਹ ਕੀ ਹੈ? ਵਿਕਾਰੀ ਸ਼ਬਦ ਹੈ। ਜਿਸ ਦੇ ਵਿੱਚ ਚੇਂਜ ਨਾ ਆਵੇ ਉਹ ਅਵਿਕਾਰੀ ਸ਼ਬਦ ਹੈ। ਠੀਕ ਹੈ, ਅੱਗੇ ਆਪਾਂ डिटेल ਨਾਲ पढ़ते हैं। ਇਹ ਹੈਗਾ जी विकारी शब्द। हिंदी में प्रयोग किए जाने वाले वे शब्द जिनका पुरुष लिंग वचन आदि के कारण रूप परिवर्तन होता है विकारी शब्द कहा जाता है। देखो ਇਹਦੇ ਵਿੱਚ ਕੀ ਜਿਵੇਂ ਹੁਣ ਪੁਰਸ਼ ਦੀ ਗੱਲ ਕਰੀਏ ਆਪਾਂ। ਠੀਕ ਹੈ, ਮੰਨ ਲਓ ਆਪਾਂ ਇੱਥੇ ਲਿਖੀਏ ਕਿ ਵह ਸਕੂਲ ਜਾਤਾ ਹੈ, ਉੱਥੇ ਕੀ ਆ ਗਿਆ? ਜਾਤਾ ਹੈ ਆ ਗਿਆ, ਹੈ ਨਾ। ਤੇ ਦੂਜੀ ਜਗ੍ਹਾ ਆਪਾਂ ਲਿਖੀਏ ਕਿ ਵह ਸਕੂਲ ਜਾਤੀ ਹੈ, ਉੱਥੇ ਕੀ ਆ ਗਿਆ? जाती है। ठीक है, यानी कि एक चीज़ ਤਾਂ ਮੇਲ ਪਰਸਨ ਨੂੰ ਦਰਸਾ ਰਹੀ ਹੈ, ਦੂਜੀ ਚੀਜ਼ ਕਾਹਨੂੰ ਦਰਸਾ ਰਹੀ ਹੈ? ਫੀਮੇਲ ਨੂੰ। ਠੀਕ ਹੈ, ਤਾਂ ਦੋਨਾਂ ਦੇ ਵਿੱਚ ਚੇਂਜ ਆ ਗਿਆ ਨਾ। ਚਾਹੇ ਸੈਂਟੈਂਸ ਸੇਮ ਹੈ ਲੇਕਿਨ ਦੋਨਾਂ ਦੇ ਵਿੱਚ ਚੇਂਜ ਕਾਹਦੇ ਕਰਕੇ ਆਇਆ ਹੈ? ਲਿੰਗ ਦੇ ਕਰਕੇ ਆਇਆ ਹੈ। ਠੀਕ ਹੈ, ਜਾਂ ਪੁਰਸ਼ ਇਸਤਰੀ ਕਰਕੇ ਆਇਆ ਹੈ। ਤਾਂ ਇਹ ਕੀ ਹੈ? ਵਿਕਾਰੀ ਸ਼ਬਦ ਹੈ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਇੱਥੇ ਦਿੱਤਾ ਗਿਆ ਹੈ ਪੁਸਤਕਾਂ, ਪੁਸਤਕੇ ਆਦਿ, ਹੈ ਨਾ। ਤਾਂ ਪੁਸਤਕ ਇੱਕ ਹੋ ਗਈ, ਪੁਸਤਕੇ ਕਾਫੀ ਸਾਰੀਆਂ ਹੋ ਗਈਆਂ। ਤੇ ਯਾਨੀ ਕਿ ਉਹ ਵਾਲੇ ਸ਼ਬਦ ਜਿਨ੍ਹਾਂ ਵਿੱਚ ਪੁਰਸ਼, ਲਿੰਗ, ਵਚਨ ਇਹਨਾਂ ਤਿੰਨਾਂ ਦੇ ਕਾਰਨ ਜਿਹੜਾ ਚੇਂਜ ਆ ਜਾਵੇ, ਪਰਿਵਰਤਨ ਆ ਜਾਵੇ, ਉਸਦਾ ਰੂਪ ਚੇਂਜ ਹੋ ਜਾਵੇ, ਉਹ ਆਪਾਂ ਵਿਕਾਰੀ ਸ਼ਬਦ ਕਹਾਂਗੇ ਉਸਨੂੰ। ਵਿਕਾਰੀ ਸ਼ਬਦ ਦੇ ਅੱਗੇ ਜਿਹੜੇ ਚਾਰ ਪਾਰਟ ਹੁੰਦੇ ਨੇ। ਠੀਕ ਹੈ, ਹੁਣ ਆਪਾਂ ਇਹਨੂੰ ਡਿਟੇਲ ਦੇ ਵਿੱਚ ਕਵਰ ਕਰ ਰਹੇ ਹਾਂ। ਵਿਕਾਰੀ ਸ਼ਬਦ ਦੇ ਕਿੰਨੇ ਪਾਰਟ ਨੇ? ਚਾਰ ਪਾਰਟ ਨੇ। ਪਹਿਲਾ ਹੈਗਾ ਜੀ ਸੰਗਿਆ, ਸਵਰਨਾਮ, ਵਿਸ਼ੇਸ਼ਣ, ਕਿਰਿਆ। ਇਹ ਚਾਰ ਪਾਰਟ ਨੇ ਵਿਕਾਰੀ ਸ਼ਬਦ ਦੇ। ਸਭ ਤੋਂ ਪਹਿਲਾਂ ਆਪਾਂ ਸੰਗਿਆ ਬਾਰੇ ਪੜ੍ਹਦੇ ਹਾਂ। संज्ञा ਆਪਾਂ शुरू तो ही पढ़ते आए हैं कि किसी व्यक्ति, वस्तु, स्थान, जाति, भाव, गुण आदि का बोध कराने वाले शब्दों को संज्ञा कहते हैं। ठीक है, कोई भी व्यक्ति का नाम होवे, वस्तु होवे, स्थान होवे, जाति होवे, कोई भाव होवे यानी कि कोई फीलिंग होवे या कोई गुण होवे, जो वो शब्द जिहड़े ने बोध कराने इन्हां चीज़ां दा तां उसनूं आपां की कहांगे? संज्ञा कहांगे। जिवें एग्जाम्पल है दिल्ली। दिल्ली की है? स्थान है। ठीक है, स्थान है तो स्थान की हो गया? संज्ञा। ओके, क्योंकि किसी एक स्थान की गल कर रहे हैं वो। उस तो बाद है सुंदर। सुंदर की है? गुण है। वो सुंदर है नहीं है, बदसूरत है नहीं है, ये सारे की ने? संज्ञा ही। ठीक है, इसी तरह किसी व्यक्ति का नाम हो गया। तो यानी कि कोई भी व्यक्ति, किसी वस्तु का नाम, किसी स्थान का नाम, कोई गुण या कोई भाव, ये सारे की ने? संज्ञा ने। संज्ञा के भी अगे तीन भेद ने। ठीक है, इन्हों तुसीं नोट्स वाइज बना लिओ नाल दी नाल। वैसे तो मैं पूरा PDF तुहानूं टैलीग्राम ग्रुप दे विच प्रोवाइड करवा देवांगी, फिर भी तुसीं कापी ते जिहड़ा नोट कर लेना। ठीक है, कि पार्ट वंड के कि विकारी शब्द इत्थे लिख के फिर उसके चार पार्ट लिखते हैं ना, इदां 1 2 3 4 करके, फिर उस बाद संज्ञा लिख के ਉਹਦੇ 2 ਪਾਰਟ ਲਿਖਤੇ ਹੈ ਨਾ। ਤਾਂ ਇਹ ਇਸ ਤਰ੍ਹਾਂ ਕਵਰ ਕਰ ਲਿਓ। ਓਕੇ, ਤਾਂ ਹੁਣ ਸੰज्ञा ਦੇ 3 ਪਾਰਟ ਕਿਹੜੇ ਨੇ ਜੀ? ਪਹਿਲਾ ਹੈਗਾ ਵਿਅਕਤੀਵਾਚਕ, ਫਿਰ ਹੈਗਾ ਜਾਤੀਵਾਚਕ, ਫਿਰ ਹੈਗਾ ਭਾਵਵਾਚਕ। ठीक है, 3 प्रकार के जिहड़े संज्ञा के भेद होंदे ने। व्यक्तिवाचक की गल करिए, जो संज्ञा शब्द किसी विशेष व्यक्ति, स्थान या वस्तु आदि का बोध करावे उसनूं व्यक्तिवाचक संज्ञा कहांगे। किसनूं कहांगे? जो कोई किसी खास व्यक्ति, किसी खास स्थान या किसी खास वस्तु का नाम आवे तो उसनूं व्यक्तिवाचक कहांगे। ठीक है, एग्जाम्पल जिवें बरनाला, राम, गीता आदि। समझ आ गया। नेक्स्ट है जी जातिवाचक। जो संज्ञा शब्द किसी एक संपूर्ण समुदाय या जाति का बोध कराए उसे जातिवाचक संज्ञा कहांगे। ठीक है, जिवें एग्जाम्पल पुस्तक। पुस्तक दे विच की आ गई? सारी पुस्तक आ गई। ठीक है, स्त्री। स्त्री दे विच जिवें एग्जाम्पल के तौर पर स्त्री। स्त्री दे विच की है? सारी स्त्रियां का ज्ञान आ गया। ठीक है, भी किसी भी स्त्री की गल कर रहे ने वो तां ओके। एग्जाम्पल के तौर पर पुस्तक हो गया, स्त्री हो गया, पशु हो गया, है ना। तो यानी कि पशु के विच देखो सारा समुदाय आ गया, सारी जाति आ गई। स्त्री के विच उन्हां दी सारियां जातियां आ गई। ठीक है, सारे प्रकार दी स्त्रियां की गल कर रहे हैं वो। तो यानी कि संपूर्ण जाति या संपूर्ण समुदाय का जेकर ज्ञान होवे तो की है? जातिवाचक। थर्ड है जी भाववाचक। वो शब्द जो किसी व्यक्ति, पदार्थ या वस्तु के गुण, दोष, भाव, अवस्था का बोध कराण तो उसनूं भाववाचक संज्ञा कहांगे। जिवें कि भाववाचक की गल करिए आपां, किसी वस्तु के गुण दसे जांदे ने, जिवें तेज दौड़ना, हौली दौड़ना, ये की हो गया? गुण हो गया, है ना। दोष हो गए या भाव हो गए। ठीक है, गुस्सा, नमी, जो भी है, अवस्था का बोध कराए। ठीक है, यानी कि ये भाववाचक ही है। भाववाचक एक तरह की सिचुएशन नूं दर्शाउंदा है। ठीक है, कि उहदी सिचुएशन किहो जी है भाववाचक दे विच। ये हैगी अपने कोल
ਭਾਵਵਾਚਕ ਸੰਗਿਆ। ਠੀਕ ਹੈ, ਤਾਂ ਇਹ ਤਿੰਨ ਕਾਹਦੇ ਦੇਖੋ ਇੰਨੀ ਡੀਪ ਦੇ ਵਿੱਚ ਨਹੀਂ ਪੁੱਛਣਗੇ। ਉਹ ਕੀ ਪੁੱਛ ਸਕਦੇ ਨੇ, ਵਿਕਾਰੀ ਸ਼ਬਦ ਅਵਿਕਾਰੀ ਸ਼ਬਦ ਦੀ ਐਗਜ਼ਾਮਪਲ ਦੇ ਕੇ ਪੁੱਛ ਸਕਦੇ ਨੇ ਕਿ ਚਾਰਾਂ ਦੇ ਵਿੱਚੋਂ ਕਿਹੜਾ ਸ਼ਬਦ ਵਿਕਾਰੀ ਹੈ ਜਾਂ ਕਿਹੜਾ ਅਵਿਕਾਰੀ ਹੈ। ਉਸ ਤੋਂ ਬਾਅਦ ਪੁੱਛਿਆ ਜਾ ਸਕਦਾ ਹੈ ਕਿ ਸੰਗਿਆ ਕੀ ਹੈ, ਵਿਕਾਰੀ ਹੈ ਜਾਂ ਅਵਿਕਾਰੀ ਹੈ। ਸੰਗਿਆ ਦੇ ਪਾਰਟਸ ਯਾਨੀ ਕਿ ਭੇਦ ਪੁੱਛੇ ਜਾ ਸਕਦੇ ਨੇ ਕਿੰਨੇ, ਤੇ ਉਹਨਾਂ ਦੇ ਨਾਮ ਪੁੱਛੇ ਜਾ ਸਕਦੇ ਨੇ। ਠੀਕ ਹੈ, ਇਸ ਤੋਂ ਜ਼ਿਆਦਾ ਨਹੀਂ ਕੋਸ਼ਿਸ਼ ਹੋਊਗੀ ਕਿ ਪੁੱਛਿਆ ਜਾ ਸਕੇ, ਇਸ ਤੋਂ ਜ਼ਿਆਦਾ ਘੱਟ ਚਾਂਸ ਨੇ ਕਿ ਕੁਛ ਪੁੱਛਿਆ ਜਾ ਸਕੇ। ਬਾਕੀ ਡੀਪ ਦੇ ਵਿੱਚ ਮੈਂ ਤਾਂ ਕਰਾਉਂਦੀ ਹੁੰਦੀ ਹਾਂ ਕਿ ਜੇਕਰ ਤੁਸੀਂ ਕੋਈ ਟੌਪਿਕ ਕਰ ਰਹੇ ਹੋ ਤਾਂ ਉਸਨੂੰ ਤੁਸੀਂ ਇਸ ਤਰੀਕੇ ਨਾਲ ਕਰੋ ਕਿ ਉਸ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਬਣ ਜੇ, ਤੁਹਾਡਾ ਮਾਰਕਸ ਨਹੀਂ ਕੱਟਣਾ ਚਾਹੀਦਾ ਹੈਗਾ। ਠੀਕ ਹੈ, ਉਸ ਤੋਂ ਬਾਅਦ ਹੈ ਜੀ ਸੈਕਿੰਡ ਸਵਰਨਾਮ। ਸਵਰਨਾਮ ਕੀ ਹੁੰਦਾ है, जो शब्द वाक्य में संज्ञा के स्थान पर प्रयुक्त हों या संज्ञा के स्थान पर बदले जाएं उनको स्वरनाम कहते हैं। ठीक है, यानी कि ਆਪਾਂ ਨੇ ਜਿਹੜਾ ਸੰਗਿਆ ਪੜ੍ਹਿਆ ਹੈ, ਜਦੋਂ ਉਸੇ ਸੰਗਿਆ ਦੇ ਸਥਾਨ 'ਤੇ ਇੱਕ ਹੋਰ ਸ਼ਬਦ ਯੂਜ਼ ਹੋ ਜਾਵੇ, ਜਿਵੇਂ ਆਪਾਂ ਹੁਣ ਬਾਰ-ਬਾਰ ਮੰਨ ਲਓ ਰਾਮ ਦੀ ਗੱਲ ਕਰੀਏ, ਰਾਮ ਸਕੂਲ ਜਾਂਦਾ ਹੈ, ਰਾਮ ਇੰਨੇ ਸਾਲ ਦਾ ਹੈ, ਰਾਮ ਇਹ ਕਰਦਾ ਹੈ, ਰਾਮ ਉਹ ਕਰਦਾ ਹੈ, ਤਾਂ ਆਪਾਂ ਬਾਰ-ਬਾਰ ਕੀ ਯੂਜ਼ ਕਰ ਰਹੇ ਹਾਂ, ਵਰਡ ਰਾਮ ਯੂਜ਼ ਕਰ ਰਹੇ ਹਾਂ। ਇਹਦੀ ਬਜਾਏ ਰਾਮ ਬਾਰੇ ਇੱਕ ਵਾਰ ਲਿਖ ਕੇ ਕਿ ਰਾਮ ਸਕੂਲ ਜਾਂਦਾ ਹੈ, ਉਹ ਇੰਨੇ ਵਜੇ ਉੱਠਦਾ ਹੈ, ਉਹ ਇੰਨੇ ਵਜੇ ਇਹ ਕਰਦਾ, ਉਹ ਇੱਥੇ ਘੁੰਮਦਾ ਹੈ, ਤਾਂ ਉਹ ਜਿਹੜਾ ਉਹ ਵਰਡ ਹੈ, ਜਾਂ ਹਿੰਦੀ ਦੇ ਵਿੱਚ ਕਹੀਏ ਯਹ ਵਰਡ ਹੈ, ਠੀਕ ਹੈ, ਉਹ ਕੀ ਹੈ, ਸਵਰਨਾਮ ਹੈ, ਜੋ ਕਿ ਸੰਗਿਆ ਦੇ ਸਥਾਨ 'ਤੇ ਯੂਜ਼ ਹੋ ਰਿਹਾ। ਐਗਜ਼ਾਮਪਲ ਦੇ ਤੌਰ 'ਤੇ ਮੈਂ, ਆਪ, ਤੁਮ, ਵह, यह ਆਦਿ। ਠੀਕ ਹੈ, ਇਹ ਐਗਜ਼ਾਮਪਲਾਂ ਜ਼ਰੂਰ ਯਾਦ ਕਰ ਲਓ, ਇਹ ਆਪਸ਼ਨਾਂ ਦੇ ਵਿੱਚ ਆ ਕੇ ਪੁੱਛਿਆ ਜਾ ਸਕਦਾ ਕਿਸੇ ਵੀ ਤਰ੍ਹਾਂ। ਇਹਦੇ ਹੁਣ ਸਵਰਨਾਮ ਦੇ 6 ਭੇਦ ਨੇ ਜੀ। ਪਹਿਲਾ ਪੁਰਸ਼ਵਾਚਕ। पुरुषवाचक सर्वनाम ਦੇ ਵਿੱਚ जो शब्द किसी वाक्य में पुरुष के स्थान पर प्रयुक्त होते हैं, ठीक है, उसਨੂੰ ਕੀ ਕਹਾਂਗੇ ਆਪਾਂ, ਪੁਰਸ਼ਵਾਚਕ ਕਹਾਂਗੇ। ਇਹ ਵੀ ਤਿੰਨ ਪ੍ਰਕਾਰ ਦੇ ਹੁੰਦੇ ਨੇ, ਉੱਤਮ ਪੁਰਸ਼, ਮੱਧਮ ਪੁਰਸ਼, ਅਨਯ ਪੁਰਸ਼। ਇਹ ਤੁਸੀਂ ਪੰਜਾਬੀ ਦੇ ਵਿੱਚ ਪੜ੍ਹਿਆ ਹੋਊਗਾ। ਠੀਕ ਹੈ, ਜਿਹੜੇ ਪਹਿਲੇ ਨੇ ਮੈਂ ਤੇ ਹਮ, ਉਹ ਉੱਤਮ 'ਚ ਆਉਂਦੇ ਨੇ, ਤੂੰ ਤੇ ਤੁਮ ਮੱਧਮ 'ਚ ਆਉਂਦੇ ਨੇ, ਤੇ ਲਾਸਟ ਜਿਹੜਾ ਯਹ ਵह ਉਹ ਆਉਂਦੇ ਨੇ ਜੀ ਅਨਯ ਦੇ ਵਿੱਚ। ओके, सैकेंड है जी निश्चयवाचक सर्वनाम। जिन शब्दों से किसी दूर या नेड़े दी वस्तु ਜਿਹੜੀ ਹੁੰਦੀ ਹੈ ਉਸਦਾ ਨਿਸ਼ਚੈਪੂਰਵਕ ਸੰਕੇਤ ਹੋਵੇ ਉਸਨੂੰ ਆਪਾਂ ਨਿਸ਼ਚयवाचक सर्वनाम ਕਹਾਂਗੇ। ਜਿਵੇਂ ਆਪਾਂ ਕਹੀਏ ਇਹ ਮੇਰੀ ਪੁਸਤਕ ਹੈ, ਤਾਂ ਆਪਾਂ ਨੇ ਨਿਸ਼ਚਿਤ ਕਰਤਾ ਨਾ ਵੀ ਕਿਹੜੀ ਪੁਸਤਕ ਹੈ, ਤੁਹਾਡੀ ਇਹ ਵਾਲੀ, ਤਾਂ ਇਹ ਕੀ ਹੋ ਗਿਆ, ਨਿਸ਼ਚयवाचक सर्वनाम ਹੋ ਗਿਆ। ਓਕੇ, ਉਸ ਤੋਂ ਬਾਅਦ ਹੈ ਆਪਣੇ ਕੋਲ अनिश्चयवाचक सर्वनाम। अनिश्चयवाचक सर्वनाम ਕਿਹੜੇ ਹੁੰਦੇ ਨੇ, जिन शब्दों से किसी वस्तु एवं पुरुष का निश्चित ज्ञान नहीं होता वो निश्चयवाचक कहते हैं। ठीक है, यानी कि ਉਹ ਵਾਲੇ ਸ਼ਬਦ ਜਿਨ੍ਹਾਂ ਦਾ ਕੋਈ ਨਿਸ਼ਚਿਤ ਗਿਆਨ ਨਹੀਂ ਹੈਗਾ। ਜਿਵੇਂ ਕੋਈ ਆਪਾਂ ਕਹਿ ਦਈਏ ਵੀ ਉਹ ਕੁਛ ਉਦਾਸ ਸੀ, ਕੁਛ ਦੀ ਗੱਲ ਕਰੀਏ ਕਿੰਨਾ ਕੁ ਉਦਾਸ ਸੀ, ਕੋਈ ਨਿਸ਼ਚਿਤ ਨਹੀਂ ਹੈਗਾ, ਥੋੜ੍ਹਾ ਵੀ ਉਦਾਸ ਹੋ ਸਕਦਾ ਹੈ, ਜ਼ਿਆਦਾ ਵੀ ਉਦਾਸ ਹੋ ਸਕਦਾ ਹੈ, ਤਾਂ ਕੁਛ ਨਾਲ ਕੀ ਹੋ ਗਿਆ, ਕੁਛ ਵੀ ਨਿਸ਼ਚਿਤ ਨਹੀਂ ਹੋਇਆ ਹੈਗਾ। ਅਤੇ ਯਾਨੀ ਕਿ ਉਹ ਸ਼ਬਦ ਜਿਹੜੇ ਕਿ ਬਿਲਕੁਲ ਨਿਸ਼ਚਿਤ ਜਿਹੜਾ ਆਪਾਂ ਨੂੰ ਉਹ ਨਾ ਦੇਣ ਗਿਆਨ, ਉਹ ਕੀ ਨੇ, ਅਨਿਸ਼ਚयवाचक ਸਰਵਨਾਮ ਨੇ। ਜਿਵੇਂ ਐਗਜ਼ਾਮਪਲ 'ਤੇ ਕੁਛ, ਕੋਈ ਆਦਿ। ਐਗਜ਼ਾਮਪਲ ਹੈ ਕੋਈ ਹੈ ਨਾ, ਤਾਂ ਆਪਾਂ ਕਹਿ ਸਕਦੇ ਹਾਂ ਕਿ ਕੋਈ ਆਇਆ ਹੈ। ਹੁਣ ਕੋਈ ਦੇ ਵਿੱਚ ਤਾਂ ਕੋਈ ਵੀ ਆ ਸਕਦਾ ਹੈ, मतलब कि निश्चित नहीं हैगा कौन आया है। ठीक है, नेक्स्ट है जी संबंधवाचक सर्वनाम। जिन सर्वनाम शब्दों से दो संज्ञाओं में आपसी संबंध का बोध हो उन्हें संबंधवाचक सर्वनाम कहते हैं, जैसे जो, सो, जैसे, वैसे आदि। यानी कि दो शब्दों के संज्ञावां दे विच संबंध है नहीं भी संबंध जोड़े ना, इन्होंने की कहा, दो संज्ञाओं में आपसी संबंध। संज्ञा जिवें आपां कह एग्जाम्पल के तौर पर जो करते हैं सो भरते हैं। ठीक है, ਤਾਂ ਇਹ ਕੀ ਹੋ ਗਈ, ਦੋ ਸੰਗਿਆ ਦੇ ਵਿੱਚ ਕੀ ਹੋ ਗਿਆ, ਮੇਲ ਮਿਲਾਪ ਹੋ ਗਿਆ, ਸੰਬੰਧ ਬਣ ਗਿਆ। ਤਾਂ ਇਹ ਕੀ ਹੈ ਆਪਣੇ ਕੋਲ ਸੰਬੰਧਵਾਚਕ ਸਰਵਨਾਮ। ਜਦੋਂ ਦੋ ਸੰਗਿਆਵਾਂ ਦੇ ਵਿੱਚ ਆਪਸੀ ਸੰਬੰਧ ਬਣ ਜੇ ਉਸਨੂੰ ਆਪਾਂ ਕਹਾਂਗੇ ਸੰਬੰਧਵਾਚਕ ਸਰਵਨਾਮ। आगे हैगा जी प्रश्नवाचक सर्वनाम। जिन सर्वनाम शब्दों का प्रयोग वाक्यों में किसी प्रश्न को पूछने, जो कोई प्रश्न पूछा जाता है तो उसनों ਆਪਾਂ प्रश्नवाचक सर्वनाम कहांगे। जिमें तुम क्या कर रहे हो, तो क्या की है, प्रश्नवाचक सर्वनाम है। ठीक है, यानी कि ये तो ਆਪਾਂ ਨੂੰ पता ही है भी ਜਿਹਦੇ ਪਿੱਛੇ क्वेश्चन मार्क आ गया ਜਾਂ ਜਿਹਦੇ ਵਿੱਚ ਕੁਝ ਪੁੱਛਿਆ ਜਾ ਰਿਹਾ ਉਹ ਕਿਹੜਾ ਸਰਵਨਾਮ ਹੋਇਆ, प्रश्नवाचक सर्वनाम ਹੋਇਆ। अगला जी निजवाचक सर्वनाम। ਨਿੱਜਵਾਚਕ ਦੇਖੋ, ਨਿੱਜ ਕੀ ਹੁੰਦਾ ਹੈ, ਆਪਣਾ ਆਪ। ਠੀਕ ਹੈ, ਤਾਂ ਉਹ ਵਾਲੇ ਸ਼ਬਦ ਜਿਹੜੇ ਕਿ ਆਪਣੇ ਨਾਲ ਜੁੜੇ ਹੋਏ ਨੇ, ਯਾਨੀ ਕਿ ਆਪਣੇ ਨਿੱਜ ਨਾਲ ਜੁੜੇ ਹੋਏ ਨੇ, ਉਹ ਸਰਵਨਾਮ ਹੋਣਗੇ। ਜਿਨ ਸਰਵਨਾਮ ਸ਼ਬਦੋਂ ਦਾ ਪ੍ਰਯੋਗ ਕਰਤਾ ਦੁਆਰਾ ਨਿਜਤਵ ਕਾ ਗਿਆਨ, ਯਾਨੀ ਕਿ ਆਪਣੇ ਆਪ ਬਾਰੇ ਦੱਸਣ ਦੇ ਲਈ ਹੁੰਦਾ ਹੈ, ਉਸਨੂੰ ਆਪਾਂ ਨਿੱਜਵਾਚਕ ਸਰਵਨਾਮ ਕਹਾਂਗੇ। ਜੈਸੇ ਆਪਣਾ, ਸਵੈਮ ਆਦਿ। ਇਹ ਇੰਪੋਰਟੈਂਟ ਹੈ, ਇਸ ਨੂੰ ਦੋਨੋਂ ਐਗਜ਼ਾਮਪਲ ਇਹਨਾਂ ਨੂੰ ਨੋਟ ਡਾਊਨ ਕਰ ਲਿਓ। ਠੀਕ ਹੈ, ਆਪਣਾ, ਸਵੈਮ ਕੀ ਨੇ, ਨਿੱਜਵਾਚਕ ਸਰਵਨਾਮ ਨੇ। ਜਿੱਥੇ ਆਪਣੀ ਗੱਲ ਆ ਗਈ, ਆਪਣੇ ਬਾਰੇ ਕੁਛ ਦੱਸਣ ਦਾ ਵਰਡ ਆ ਗਿਆ, ਉਹ ਕੀ ਹੈ, ਨਿੱਜਵਾਚਕ ਸਰਵਨਾਮ ਹੈ। ਓਕੇ, ਤਾਂ ਹੁਣ ਆਪਾਂ ਨੇ ਵਿਕਾਰੀ ਸ਼ਬਦ ਦੇ ਵਿੱਚ ਕਿਹੜੇ ਪੜ੍ਹੇ, ਸੰਗਿਆ ਪੜ੍ਹੇ, ਸਰਵਨਾਮ ਪੜ੍ਹੇ। ਹੁਣ ਦੋ ਰਹਿ ਗਏ ਆਪਣੇ, ਵਿਸ਼ੇਸ਼ਣ ਤੇ ਕਿਰਿਆ। ਅੱਗੇ ਹੈਗਾ ਜੀ ਆਪਣੇ ਕੋਲ ਵਿਸ਼ੇਸ਼ਣ। ਜੋ ਸ਼ਬਦ ਸੰਗਿਆ ਜਾਂ ਸਰਵਨਾਮ ਦੀ ਵਿਸ਼ੇਸ਼ਤਾ ਦਾ ਬੋਧ ਕਰਾਵੇ ਉਸਨੂੰ ਵਿਸ਼ੇਸ਼ਣ ਕਹਾਂਗੇ। ਠੀਕ ਹੈ, ਉਹ ਵਾਲਾ ਸ਼ਬਦ ਜਾਂ ਸਰਵਨਾਮ ਜਿਹੜਾ ਕਿ ਉਹ ਵਾਲਾ ਸ਼ਬਦ ਜੋ ਸੰਗਿਆ ਜਾਂ ਸਰਵਨਾਮ ਦੀ ਵਿਸ਼ੇਸ਼ਤਾ ਨੂੰ ਦੱਸੇ ਉਸਨੂੰ ਆਪਾਂ ਕੀ ਕਹਾਂਗੇ, ਵਿਸ਼ੇਸ਼ਣ। ਜਿਵੇਂ ਐਗਜ਼ਾਮਪਲ ਤੋਂ ਸੁੰਦਰ ਪੁਸਤਕ, ਅੱਛਾ ਬੱਚਾ, ਹੈ ਨਾ। ਤਾਂ ਇਹਦੇ ਵਿੱਚ ਜਿਹੜਾ ਸੁੰਦਰ ਹੈ,
ਜਾਂ ਅੱਛਾ ਹੈ, ਉਹ ਕੀ ਹੈ, ਵਿਸ਼ੇਸ਼ਣ ਹੈ, ਉਹਦੀ ਵਿਸ਼ੇਸ਼ਤਾ ਦੱਸ ਰਿਹਾ। ਮੰਨ ਲਓ ਆਪਣੇ ਕੋਲ ਇੱਕ ਪੁਸਤਕ ਹੈ ਨਾ, ਤਾਂ ਉਹ ਪੁਸਤਕ ਅੱਛੀ ਹੈ, ਸੁੰਦਰ ਹੈ, ਘਟੀਆ ਹੈ, ਕੀ ਹੈ, ਉਹ ਕੀ ਹੈ, ਉਹਦੀ ਵਿਸ਼ੇਸ਼ਤਾ ਹੈ। ਤਾਂ ਉਹ ਸ਼ਬਦ ਜਿਹੜੇ ਕਿ ਵਿਸ਼ੇਸ਼ਤਾ ਦੱਸਣ ਉਸਨੂੰ ਆਪਾਂ ਕੀ ਕਹਾਂਗੇ, ਵਿਸ਼ੇਸ਼ਣ ਕਹਾਂਗੇ। ਠੀਕ ਹੈ। ਵਿਸ਼ੇਸ਼ਣ ਦੇ 4 ਭੇਦ ਹੁੰਦੇ ਨੇ, ਕਿਹੜੇ ਕਿਹੜੇ ਹੁੰਦੇ ਨੇ ਜੀ? ਪਹਿਲਾ ਗੁਣਵਾਚਕ, ਜਿਸ ਦੇ ਵਿੱਚ ਕਿਸੇ ਪਦਾਰਥ ਦਾ ਗੁਣ, ਦੋਸ਼, ਰੰਗ, ਆਕਾਰ, ਉਹਦੀ ਅਵਸਥਾ ਦਾ ਗਿਆਨ ਹੋਵੇ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਹੁਸ਼ਿਆਰ ਬੱਚਾ। ਹੁਣ ਬੱਚਾ ਤਾਂ ਹੈ ਹੀ ਹੈ, ਲੇਕਿਨ ਕਿਸ ਤਰ੍ਹਾਂ ਦਾ ਇਹ ਹੁਸ਼ਿਆਰ ਹੈ, ਇਹ ਕੀ ਹੋ ਗਈ, ਉਹਦੀ ਖਾਸ ਵਿਸ਼ੇਸ਼ਤਾ ਹੋ ਗਈ। ਜਿਵੇਂ ਇੱਕ ਹੈਗਾ ਜੀ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਲੈ ਕੇ ਚੱਲਦੇ ਹਾਂ ਕਿ ਘੋੜਾ ਦੌੜਦਾ ਹੈ। ਠੀਕ ਹੈ। ਲੇਕਿਨ ਜਦੋਂ ਇਹੀ ਲਾਈਨ ਆਪਾਂ ਐਂ ਕਹਾਂਗੇ ਕਿ ਘੋੜਾ ਤੇਜ਼ ਦੌੜਦਾ ਹੈ, ਉਹ ਤੇਜ਼ ਵਰਡ ਕੀ ਹੋ ਗਿਆ, ਵਿਸ਼ੇਸ਼ਣ ਹੋ ਗਿਆ। ਕਿ ਘੋੜਾ ਦੌੜ ਤਾਂ ਰਿਹਾ ਹੀ ਹੈ, ਲੇਕਿਨ ਕਿਸ ਤਰ੍ਹਾਂ ਦੌੜ ਰਿਹਾ ਹੈ, ਤੇਜ਼ ਦੌੜ ਰਿਹਾ ਹੈ। ਤਾਂ ਇਹੋ ਜਿਹੇ ਸ਼ਬਦ ਜਿਹੜੇ ਕਿ ਕਿਸੇ ਆਪਣੇ ਕੋਲ ਗੁਣ, ਦੋਸ਼, ਰੰਗ ਨੂੰ ਦਰਸਾਉਣ, ਉਸਨੂੰ ਆਪਾਂ ਗੁਣਵਾਚਕ ਵਿਸ਼ੇਸ਼ਣ ਕਹਾਂਗੇ। ਅੱਗੇ ਹੈਗਾ ਜੀ ਪਰਿਮਾਣਵਾਚਕ ਵਿਸ਼ੇਸ਼ਣ। ਉਹ ਸ਼ਬਦ ਜਿਹੜੇ ਕਿਸੇ ਸੰਗਿਆ ਜਾਂ ਸਵਰਨਾਮ ਦੀ ਮਾਤਰਾ ਜਾਂ ਮਾਪ ਤੋਲ ਦੇ ਸੰਬੰਧ ਦੇ ਵਿੱਚ ਵਿਸ਼ੇਸ਼ਤਾ ਨੂੰ ਪ੍ਰਗਟ ਕਰਨ, ਉਸਨੂੰ ਆਪਾਂ ਪਰਿਮਾਣਵਾਚਕ ਵਿਸ਼ੇਸ਼ਣ ਕਹਾਂਗੇ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ 3 ਲੀਟਰ, ਬਹੁਤ ਥੋੜ੍ਹਾ। ਠੀਕ ਹੈ। ਤਾਂ ਇਹ ਕੀ ਹੋ ਗਏ, ਪਰਿਮਾਣਵਾਚਕ ਹੋ ਗਏ। ਇਹਨਾਂ ਦੇ ਅੱਗੇ ਵੀ 2 ਭੇਦ ਨੇ, ਪਰਿਮਾਣਵਾਚਕ ਹੋ ਗਏ ਵੀ। ਤੇ ਦੇਖੋ ਹੁਣ ਜਿਵੇਂ ਐਗਜ਼ਾਮਪਲ ਦਿੱਤੀ ਹੋਈ ਹੈ 3 ਲੀਟਰ। ਠੀਕ ਹੈ। 3 ਲੀਟਰ ਕੀ ਹੈ, ਇਸ ਨੂੰ ਮਾਪਿਆ ਤੋਲਿਆ ਜਾ ਸਕਦਾ ਹੈ, ਬਹੁਤ ਥੋੜ੍ਹਾ। ਠੀਕ ਹੈ। ਯਾਨੀ ਕਿ 3 ਲੀਟਰ ਉਹਨੇ ਮਾਪ ਕੇ ਦੱਸਤਾ ਵੀ ਇੰਨੀ ਮਾਤਰਾ ਹੈ, ਬਹੁਤ ਥੋੜ੍ਹਾ। ਯਾਨੀ ਕਿ ਉਹ ਸਵਰਨਾਮ ਦੇ ਜਿਹੜੇ ਕਿਸੇ ਸੰਗਿਆ ਜਾਂ ਸਵਰਨਾਮ ਦੇ ਜਿਹੜੇ ਨੇ ਉਹ ਮਾਪ ਤੋਲ ਦੇ ਰਾਹੀਂ ਸੰਬੰਧ ਦੱਸਣ। ਠੀਕ ਹੈ। ਤਾਂ ਐਗਜ਼ਾਮਪਲ ਦੇ ਤੌਰ 'ਤੇ 3 ਲੀਟਰ ਬਹੁਤ ਥੋੜ੍ਹਾ। ਪਰਿਮਾਣਵਾਚਕ ਦੇ ਵੀ 2 ਭੇਦ ਨੇ, ਨਿਸ਼ਚੈਵਾਚਕ, ਅਨਿਸ਼ਚੈਵਾਚਕ। ਨਿਸ਼ਚੈਵਾਚਕ ਦੇਖੋ ਉਹ ਹੁੰਦੇ ਨੇ ਜਿਸ ਦੇ ਵਿੱਚ ਬਿਲਕੁਲ ਐਗਜ਼ੈਕਟ ਆਪਾਂ ਨੂੰ ਡਾਟਾ ਦਿੱਤਾ ਹੋਵੇ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਇੱਥੇ ਹੈ 2 ਪੁਸਤਕਾਂ। ਕਿੰਨੀਆਂ ਪੁਸਤਕਾਂ ਨੇ, 2 ਨੇ, ਤਾਂ ਇਹ ਨਿਸ਼ਚਿਤ ਹੋ ਗਿਆ। ਠੀਕ ਹੈ। ਤਾਂ ਇੱਥੇ ਦੇਖੋ ਆ ਰਿਹਾ ਨਿਸ਼ਚਿਤ ਪਰਿਮਾਣਵਾਚਕ, ਅਨਿਸ਼ਚਿਤ ਪਰਿਮਾਣਵਾਚਕ। ਨਿਸ਼ਚਿਤ ਪਰਿਮਾਣਵਾਚਕ ਹੁੰਦਾ ਹੈ ਜਿਸ ਦੇ ਵਿੱਚ ਆਪਾਂ ਨੂੰ ਬਿਲਕੁਲ ਐਕੂਰੇਟ ਡਾਟਾ ਮਿਲੇ ਕਿ ਇੰਨੇ ਲੀਟਰ ਪਾਣੀ ਹੈ। ਠੀਕ ਹੈ। ਅਨਿਸ਼ਚਿਤਵਾਚਕ ਜਿਸ ਦੇ ਵਿੱਚ ਕੁਝ ਵੀ ਕਲੀਅਰ ਨਾ ਹੋਵੇ ਕਿੰਨਾ ਹੈ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਬਹੁਤ ਥੋੜ੍ਹਾ। ਹੁਣ ਬਹੁਤ ਤੇ ਥੋੜ੍ਹਾ ਦੇ ਵਿੱਚ ਤਾਂ ਕਿੰਨਾ ਵੀ ਆ ਸਕਦਾ ਹੈ ਨਾ, ਤਾਂ ਉਹ ਕੀ ਹੋ ਗਿਆ, ਅਨਿਸ਼ਚਿਤ ਹੋ ਗਿਆ। ਤਾਂ ਇਹ 2 ਉਸਦੇ ਭੇਦ ਨੇ। ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਸੰਖਿਆਵਾਚਕ ਵਿਸ਼ੇਸ਼ਣ। जो शब्द किसी संज्ञा या स्वरनाम की गिनती का बोध कराएं उन्हें संख्यावाचक विशेषण कहते हैं। जैसे 2 पुस्तकें। ਤਾਂ ਇਹਦੇ ਵਿੱਚ ਜਦੋਂ ਆਪਾਂ ਗਿਣਤੀ ਦੱਸਦੇ ਹਾਂ, ਠੀਕ ਹੈ, ਉਸੇ ਨੂੰ ਵਿਸ਼ੇਸ਼ਣ ਕਹਾਂਗੇ, ਸੰਖਿਆਵਾਚਕ ਵਿਸ਼ੇਸ਼ਣ। ਕਿਸੇ ਵੀ ਸਵਰਨਾਮ ਦੀ ਜਾਂ ਸੰਗਿਆ ਦੀ। ਇਹਦੇ ਵੀ 2 ਭੇਦ ਹੁੰਦੇ ਨੇ ਜੀ, ਨਿਸ਼ਚਿਤ ਤੇ ਅਨਿਸ਼ਚਿਤ। ਨਿਸ਼ਚਿਤ ਦੇ ਵਿੱਚ ਜਿਵੇਂ 2 ਹੋ ਗਿਆ, 4 ਹੋ ਗਿਆ, 8 ਹੋ ਗਿਆ। ਠੀਕ ਹੈ। ਨਿਸ਼ਚਿਤ ਨੇ ਵੀ 2 ਪੁਸਤਕਾਂ, 8 ਪੁਸਤਕਾਂ। ਲੇਕਿਨ ਅਨਿਸ਼ਚਿਤ ਜਿਸ ਦੇ ਵਿੱਚ ਕੋਈ ਵੀ ਸੰਖਿਆ ਜਿਹੜੀ ਨਿਸ਼ਚਿਤ ਨਹੀਂ ਹੋਵੇ। ਜਿਵੇਂ ਕਿ ਕੁਝ ਕਿਤਾਬਾਂ, ਹੁਣ ਕੁਝ ਦੇ ਵਿੱਚ ਕਿੰਨੀਆਂ ਹੀ ਆ ਸਕਦੀਆਂ ਨੇ, 1 ਵੀ ਆ ਸਕਦੀ ਹੈ, ਵੱਧ ਵੀ ਆ ਸਕਦੀ ਹੈ, ਤਾਂ ਉਹ ਕੀ ਹੈ, ਅਨਿਸ਼ਚਿਤ ਹੈ। ਠੀਕ ਹੈ। ਅਗਲਾ ਹੈ ਜੀ ਆਪਣੇ ਕੋਲ ਲਾਸਟ ਵਿਸ਼ੇਸ਼ਣ, ਨਿਰਦੇਸ਼ਨ ਜਾਂ सार्वनामिक विशेषण। निर्देशन या सार्वनामिक विशेषण केड़ा हुंदा है जी? जो शब्द संज्ञा या स्वरनाम के साथ आकर संकेत या निर्देश का बोध कराए उसे सार्वनामिक विशेषण कहते हैं। जैसे वह, कुत्ता आदि। जिवें कुत्ता तो है ही है, लेकिन केड़ा, वह। ठीक है। ਜਿਹੜਾ ਕਿ ਸਵਰਨਾਮ ਨੂੰ ਨਿਰਦੇਸ਼ ਦੇਵੇ ਜਾਂ ਨਿਰਦੇਸ਼ ਦੱਸੇ। ਸਾਰਵਨਾਮਿਕ ਨਿਰਦੇਸ਼ਨ ਵਿਸ਼ੇਸ਼ਣ ਕਿਹੜਾ ਹੋ ਗਿਆ? ਜਿਹੜਾ ਕਿ ਸਵਰਨਾਮ ਜਾਂ ਸੰਗਿਆ ਦਾ ਜਿਹੜਾ ਨਿਰਦੇਸ਼ਨ ਦੇਵੇ ਜਾਂ ਉਸਦੇ ਨਿਰਦੇਸ਼ ਨੂੰ ਦੱਸੇ। ਠੀਕ ਹੈ। ਅੱਗੇ ਹੈਗੇ ਜੀ ਕਿਰਿਆ। ਕਿਰਿਆ ਕੀ ਹੁੰਦੀ ਹੈ? ਦੇਖੋ ਕੋਈ ਵੀ ਕੰਮ ਜਦੋਂ ਹੁੰਦਾ ਹੈ ਉਸਨੂੰ ਆਪਾਂ ਕਿਰਿਆ ਕਹਾਂਗੇ। ਜੈਸੇ ਖਾਣਾ, ਪੀਣਾ, ਸੋਨਾ ਆਦਿ, ਹੈ ਨਾ। ਤਾਂ ਕਿਰਿਆ ਦੇ 2 ਭੇਦ ਹੁੰਦੇ ਨੇ ਜੀ, ਅਕਰਮਕ ਤੇ ਸਕਰਮਕ। ਅਕਰਮਕ ਦੇ ਵਿੱਚ ਦੇਖੋ ਇਹਦੀ ਡੈਫੀਨੇਸ਼ਨ ਹੈ, ਜਿਸ ਕੀ ਅਕਰਮਕ ਕਿਰਿਆ। ਨਾਮ ਤੋਂ ਹੀ ਪਤਾ ਲੱਗ ਰਿਹਾ, ਸਕਰਮਕ ਕਿਰਿਆ। ਅਕਰਮਕ ਕਿਰਿਆ ਜਿਸ ਦੇ ਵਿੱਚ ਕਰਮ ਤੇ ਫਲ ਨਾ ਪੈਂਦਾ ਹੋਵੇ, ਜਿਸ ਦੇ ਵਿੱਚ ਕਰਮ ਤੇ ਫਰਕ ਨਾ ਪੈਂਦਾ ਹੋਵੇ। ਯਾਨੀ ਕਿ ਇਸ ਦੇ ਵਿੱਚ ਜਿਹੜਾ ਮੇਨ ਹੁੰਦਾ ਹੈ ਅਕਰਮਕ ਦੇ ਵਿੱਚ, ਉਹ ਕੌਣ ਹੁੰਦਾ ਹੈ? ਕਰਤਾ ਹੁੰਦਾ ਹੈ। ਜਿਵੇਂ ਕਿ ਆਪਾਂ ਪੰਜਾਬੀ ਦੇ ਵਿੱਚ ਦੇਖੋ, ਪੰਜਾਬੀ ਦਾ ਜਿਹੜਾ ਇੱਕ ਸਟਰਕਚਰ ਹੈ ਉਹ ਆਪਣੇ ਕੋਲ ਹੈਗਾ ਹੈ ਜੀ ਕਰਤਾ। ਮੈਂ ਇੱਥੇ ਲਿਖ ਦਿੰਦੀ ਹਾਂ ਇੱਕ ਵਾਰੀ, ਕਰਤਾ ਪਲੱਸ ਕਰਮ ਪਲੱਸ ਕਿਰਿਆ। ਠੀਕ ਹੈ। ਇਹ ਕੀ ਹੈ? ਇਹ ਪੰਜਾਬੀ ਦਾ ਸਟਰਕਚਰ ਹੈ। ਓਕੇ। ਕਿਰਿਆ। ਹੁਣ ਦੇਖੋ, ਹੁਣ ਜਿਹੜੀ ਅਕਰਮਕ ਕਿਰਿਆ ਹੈ, ਠੀਕ ਹੈ, ਅਕਰਮਕ ਕਿਰਿਆ ਦੇ ਵਿੱਚ ਕੀ ਹੈ? ਉਹ ਸਿਰਫ ਕਰਤਾ ਤੱਕ ਸੀਮਿਤ ਹੁੰਦਾ ਹੈ। ਠੀਕ ਹੈ। ਜਿਸ ਦੇ ਵਿੱਚ ਮੇਨ ਫੋਕਸ ਕਰਤਾ ਦਾ ਹੀ ਹੁੰਦਾ ਹੈ। ਕਰਮ ਹੋਵੇ ਤੇ ਕਰਮ ਤੇ ਹੀ ਮੇਨ ਜਿਹੜਾ ਫਰਕ ਪੈਂਦਾ ਹੋਵੇ। ਠੀਕ ਹੈ। ਐਗਜ਼ਾਮਪਲ ਦੇ ਤੌਰ 'ਤੇ ਇੱਥੇ ਤੁਸੀਂ ਦੇਖ ਸਕਦੇ ਹੋ ਤਨੀਸ਼ਾ ਸੋਤੀ ਹੈ। ਤਾਂ ਇਸ ਦੇ ਵਿੱਚ ਕੀ ਹੈ? ਇਸ ਦੇ ਵਿੱਚ ਕੌਣ ਹੈ? ਹੁਣ ਦੇਖੋ ਸੋਤੀ ਹੈ, ਜੇ ਆਪਾਂ ਇਕੱਲਾ ਸੋਤੀ ਹੈ ਲਿਖੀਏ ਤਾਂ ਕੋਈ ਸੈਂਸ ਨਹੀਂ ਬਣਦੀ ਵੀ ਕੌਣ ਸੋਤੀ ਹੈ ਨਾ, ਕੌਣ ਕੀ ਕਰ ਰਹੀ ਹੈ। ਠੀਕ ਹੈ। ਤਾਂ ਹੁਣ ਜੇ ਮੰਨ ਲਓ ਤਨੀਸ਼ਾ ਆਪਾਂ ਨਾ ਲਿਖੀਏ ਤਾਂ ਕੀ ਹੋਊਗਾ? ਸੋਤੀ ਹੈ। ਪਰ ਆਪਾਂ ਨੂੰ ਕਲੀਅਰ ਹੀ ਨਹੀਂ ਹੈਗਾ ਵੀ ਕੌਣ ਸੋਤੀ ਹੈ ਨਾ। ਤਾਂ ਤਨੀਸ਼ਾ ਕੀ ਹੋਗੀ? ਅਕਰਮਕ ਕਿਰਿਆ ਦੇ ਵਿੱਚ ਆ ਗਈ, ਕਿਉਂਕਿ ਇਸ ਦੇ ਵਿੱਚ ਮੇਨ ਜਿਹੜਾ ਫਰਕ ਪੈ ਰਿਹਾ ਉਹ ਕਰਤਾ ਤੇ ਪੈ ਰਿਹਾ। ਠੀਕ ਹੈ। ਹੁਣ ਜੇ ਆਪਾਂ ਇਕੱਲਾ ਸੋਤੀ ਹੈ ਲਿਖਾਂਗੇ ਤਾਂ ਉਹ ਸੈਂਟੈਂਸ ਨਹੀਂ ਬਣੂਗਾ ਸਹੀ ਤਰੀਕੇ ਦਾ। ਠੀਕ ਹੈ। ਇਸੇ ਤਰ੍ਹਾਂ ਹੁਣ ਦੇਖੋ ਸਕਰਮਕ ਕਿਰਿਆ, ਉਹਦਾ ਵह ਕ੍ਰਿਕਟ ਖੇਲਤਾ ਹੈ, ਵह ਕ੍ਰਿਕਟ ਖੇਲਤਾ ਹੈ। ਤਾਂ ਇਹ ਕਰਮ ਤੇ ਹੈ। ਜਿਵੇਂ ਦੇਖੋ ਇਹਦੇ ਵਿੱਚ ਮੇਨ ਫੋਕਸ ਕਿਹਦੇ ਤੇ ਹੈ? ਕਰਮ ਤੇ ਹੈ। ਜਿਵੇਂ ਦੇਖੋ ਵह ਕ੍ਰਿਕਟ ਖੇਲਤਾ ਹੈ, ਅਗਰ ਆਪਾਂ ਖੇਲਤਾ ਨੂੰ ਨਾ ਲਿਖੀਏ, ਠੀਕ ਹੈ, ਖੇਲਤਾ ਨੂੰ ਨਾ ਲਿਖੀਏ ਤਾਂ ਕੀ ਬਣ ਜੂਗਾ? ਵह ਕ੍ਰਿਕਟ ਹੈ, ਜਿਸ ਦਾ ਕਿ ਕੋਈ ਵੀ ਸੈਂਸ ਨਹੀਂ ਬਣ ਰਿਹਾ। ਠੀਕ ਹੈ। ਤਾਂ ਯਾਨੀ ਕਿ ਅਕਰਮਕ ਦੇ ਵਿੱਚ ਮੇਨ ਫੋਕਸ ਕਰਤਾ ਤੇ ਹੁੰਦਾ ਹੈ, ਸਕਰਮਕ ਦੇ ਵਿੱਚ ਮੇਨ ਫੋਕਸ ਕਰਮ ਤੇ ਹੁੰਦਾ ਹੈ। ਉਸ ਤੋਂ ਬਾਅਦ ਹੁਣ ਆਪਣੇ ਕੋਲ ਆ ਜਾਓ ਜੀ ਅਵਿਕਾਰੀ। ਵਿਕਾਰੀ ਆਪਾਂ ਪੜ੍ਹ ਚੁੱਕੇ ਹਾਂ, ਹੁਣ ਆਪਾਂ ਪੜ੍ਹਦੇ ਹਾਂ ਜੀ ਅਵਿਕਾਰੀ। ਅਵਿਕਾਰੀ ਕੀ ਹੁੰਦੇ ਨੇ? ਜਿਨ੍ਹਾਂ ਦੇ ਵਿੱਚ ਕੋਈ ਵੀ ਪਰਿਵਰਤਨ ਜਾਂ ਚੇਂਜ ਨਹੀਂ ਹੁੰਦਾ। ਠੀਕ ਹੈ।
ਜਿਨ੍ਹਾਂ ਦਾ ਰੂਪ ਪਰਿਵਰਤਨ ਨਹੀਂ ਹੁੰਦਾ ਉਸਨੂੰ ਅਵਿਕਾਰੀ ਕਹਾਂਗੇ, ਜੈਸੇ यहाँ ਅਥਵਾ ਆਦਿ। ਕੋਲ ਜਿਹੜੇ ਅੱਗੇ ਆਪਣੇ ਕੋਲ ਹੈਗਾ ਜੀ ਅਵਿਕਾਰੀ 4 ਪ੍ਰਕਾਰ ਦੇ ਹੁੰਦੇ ਨੇ, 4 ਭੇਦ ਹੁੰਦੇ ਨੇ। ਇਹਨਾਂ ਦੇ ਵਿੱਚੋਂ ਕੁਐਸਚਨ ਆ ਚੁੱਕਿਆ ਹੈ, ਤੁਸੀਂ ਪੁਰਾਣੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਦੇਖੋਗੇ ਨਾ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹਦੇ ਵਿੱਚੋਂ ਕੁਐਸਚਨ ਜਿਹੜਾ ਆ ਚੁੱਕਿਆ ਹੈ। ਤਾਂ ਅਵਿਕਾਰੀ ਕਿਹੜੇ ਹੁੰਦੇ ਨੇ ਜੀ? ਕਿਰਿਆ ਵਿਸ਼ੇਸ਼ਣ, ਸੰਬੰਧ ਬੋਧਕ, ਸਮੁੱਚੇ ਬੋਧਕ ਤੇ विस्मयादि बोधक। सब तो पहला आप पढ़ाएंगे जी क्रिया विशेषण बारे। जो शब्द वाक्य में किसी क्रिया की विशेषता को प्रकट करते हैं वे क्रिया विशेषण कहलाते हैं। ठीक है, ਜਿਹੜੇ शब्द वाक्य ਦੇ ਵਿੱਚ ਕਿਸੇ ਕਿਰਿਆ ਦੀ ਵਿਸ਼ੇਸ਼ਤਾ ਨੂੰ ਦੱਸਣ। ਯਾਨੀ ਕਿ ਦੇਖੋ ਆਪਾਂ ਦੇਖੀਏ ਘੋੜਾ ਦੌੜਤਾ ਹੈ, ਠੀਕ ਹੈ, ਤੇਜ਼ ਵਰਡ ਨੂੰ ਸਾਈਡ ਤੇ ਰੱਖਦੇ ਹਾਂ ਆਪਾਂ। ਘੋੜਾ ਦੌੜਤਾ ਹੈ ਇਹ ਕੀ ਹੈ? ਇਹ ਵਿਸ਼ੇਸ਼ਣ ਹੈ। ਲੇਕਿਨ ਘੋੜਾ ਤੇਜ਼ ਦੌੜਤਾ ਹੈ ਇਹ ਕੀ ਹੈ? ਕਿਰਿਆ ਵਿਸ਼ੇਸ਼ਣ ਹੈ। ਠੀਕ ਹੈ, ਯਾਨੀ ਕਿ ਦੌੜਤਾ ਤਾਂ ਉਹਦੀ ਵਿਸ਼ੇਸ਼ਤਾ ਹੈ, ਲੇਕਿਨ ਕਿਸ ਤਰ੍ਹਾਂ ਦਾ ਜੋੜ ਰਿਹਾ ਹੈ? ਤੇਜ਼ ਦੌੜ ਰਿਹਾ ਹੈ। ਤਾਂ ਕਿਰਿਆ ਵਿਸ਼ੇਸ਼ਣ ਹੁੰਦਾ ਹੈ ਜੀ ਜਿਹੜਾ ਕਿਰਿਆ ਦੀ ਵਿਸ਼ੇਸ਼ਤਾ ਨੂੰ ਦੱਸੇ। ਓਕੇ, ਵਿਸ਼ੇਸ਼ਣ ਦੇ ਵਿਚਾਰ ਭੇਦ ਨੇ ਜੀ। ਕਾਲਵਾਚਕ ਜਿਹੜੀ ਕਿ ਸਮੇਂ ਦਾ ਬੋਧ ਕਰਾਵੇ, ਜੈਸੇ ਕੱਲ, ਕਬ ਆਦि। ਸਥਾਨਵਾਚਕ ਜਿਹੜੀ ਸਥਾਨ ਦਾ ਬੋਧ ਕਰਾਵੇ। ਠੀਕ ਹੈ, ਪਰਿਮਾਣਵਾਚਕ ਜਿਹੜੀ ਕਿ ਪਰਿਮਾਣ ਦਾ ਕਰਾਵੇ, ਯਾਨੀ ਕਿ ਆਪਣੇ ਕੋਲ ਜਿਹੜਾ ਇਹ ਮਾਤਰਾ ਨੂੰ ਦੱਸੇ ਇੱਕ ਤਰੀਕੇ ਨਾਲ, ਜਿਵੇਂ ਥੋੜਾ, ਕਮ ਆਦि। ਠੀਕ ਹੈ, ਰੀਤੀਵਾਚਕ ਕਿਰਿਆ ਵਿਸ਼ੇਸ਼ਣ ਉਹ ਵਿਸ਼ੇਸ਼ਣ ਕਿ ਕੋਈ ਜਿਹੜੀ ਹੈ ਕਿਵੇਂ ਹੋਈ ਹੈ, ਕੋਈ ਮੰਨ ਲਓ ਕਿਰਿਆ ਹੋਈ ਹੈ, ਜਿਵੇਂ ਵह ਦੇਰ ਸੇ ਸੋਤਾ ਹੈ, ਤਾਂ ਦੇਰ ਸੇ ਕੀ ਹੋ ਗਿਆ? ਉਹਦੀ ਰੀਤੀਵਾਚਕ ਹੋ ਗਈ ਕਿ ਕਿਵੇਂ ਸੌਂਦਾ ਹੈ, ਦੇਰ ਨਾਲ ਸੌਂਦਾ ਹੈ। ਜੈਸੇ ਵह ਤੇਜ਼ ਭਾਗ ਰਹਾ ਥਾ, ਤਾਂ ਉਹ ਕਿਰਿਆ ਕਿਵੇਂ ਹੋ ਗਈ? ਤੇਜ਼ ਹੋ ਗਈ। ਠੀਕ ਹੈ, ਵੀ ਉਹ ਕਿਰਿਆ ਤੇਜ਼ੀ ਨਾਲ ਹੋਈ ਹੈ। ਤਾਂ ਰੀਤੀਵਾਚਕ ਹੁੰਦਾ ਇੱਕ ਤਰ੍ਹਾਂ ਦੀ ਪ੍ਰਕਿਰਿਆਵਾਚਕ, ਵੀ ਉਹ ਕਿਸ ਤਰ੍ਹਾਂ ਹੋਈ ਹੈ। ਠੀਕ ਹੈ, ਤਾਂ ਇਹ 4 ਪ੍ਰਕਾਰ ਦੇ ਕਿਰਿਆ ਵਿਸ਼ੇਸ਼ਣ ਹੁੰਦੇ ਨੇ ਜੀ। ਉਸ ਤੋਂ ਬਾਅਦ है जी संबंध बोधक। संबंध बोधक की होंगे ने वे अविकारी शब्द जो संज्ञा या स्वर्णाम के आगे पीछे प्रयुक्त होकर उनका संबंध दूसरों शब्दों से बताते हैं, वो संबंधक बोधक कहते हैं। उन्हें संबंध बोधक शब्द कहा जाता है, यानी कि इसनों पर अवयय भी कह सकते हैं। ठीक है, अविकारी शब्द जैसे आगे, दूर, नीचे सहित आदि ते भी स्वर्णाम ਜਾਂ ਕਿਸੇ ਵੀ ਸੰਗਿਆ ਦੇ ਨਾਲ ਜਾਂ ਉਹਦੇ ਅੱਗੇ ਜਾਂ ਉਹਦੇ ਪਿੱਛੇ ਜਿਹੜੇ ਨੇ ਯੂਜ਼ ਕੀਤੇ ਜਾਂਦੇ ਨੇ ਉਸਨੂੰ ਆਪਾਂ ਕੀ ਕਹਾਂਗੇ? ਸੰਬੰਧ ਬੋਧਕ ਕਹਾਂਗੇ। ਠੀਕ ਹੈ, ਜਿਹੜੇ ਕਿ ਸੈਂਟੈਂਸ ਦੇ ਵਿੱਚ ਜਿੱਥੇ ਸਵਰਨਾਮ ਹੋਊਗਾ, ਸੰਗਿਆ ਹੋਊਗਾ, ਉਹਨਾਂ ਦੇ ਨੇੜੇ ਲੱਗ ਕੇ ਜਿਹੜੇ ਨੇ ਤਾਂ ਉਹਨਾਂ ਦੇ ਨਾਲ ਲੱਗ ਕੇ ਕੀ ਕਰਦੇ ਨੇ? ਉਹ ਸੰਬੰਧ ਦੂਜੇ ਸ਼ਬਦਾਂ ਨਾਲ ਜਿਹੜੇ ਨੇ ਉਹ ਜਿਹੜੇ ਨੇ ਸੰਬੰਧ ਦੱਸਦੇ ਨੇ। ਠੀਕ ਹੈ, ਯਾਨੀ ਕਿ ਉਹ ਸ਼ਬਦ ਜਿਹੜੇ ਕਿ ਸਵਰਨਾਮ ਦੇ ਜਾਂ ਸੰਗਿਆ ਦੇ ਨਾਲ ਲੱਗ ਕੇ, ਠੀਕ ਹੈ, ਦੂਜੇ ਸ਼ਬਦਾਂ ਨਾਲ ਸੰਬੰਧ ਦੱਸਦੇ ਨੇ, ਉਹਨੂੰ ਆਪਾਂ ਸੰਬੰਧ ਬੋਧਕ ਕਹਾਂਗੇ, ਜੈਸੇ ਆਗੇ, ਦੂਰ, ਨੀਚੇ ਸਹਿਤ ਆਦि। ठीक है, नाल है जी अपने को समुच्चय बोधक। तो समुच्चय बोधक ने उपयोजक भी कह सकते हैं। वे शब्द जो 2 शब्दों, वाक्यांशों या वाक्यों को आपस में मिलाते हैं उन्हें समुच्चय बोधक कहते हैं। जिवें ਇਹਦੇ ਵਿੱਚ ਕੀ ਸੀ? ਇਹਦੇ ਵਿੱਚ ਸੀ ਕਿ ਉਹ ਜਿਹੜੇ ਸਵਰਨਾਮ ਜਾਂ ਸ਼ਬਦ ਨਾਲ ਯੂਜ਼ ਹੋ ਕੇ ਇੱਕ ਦਾ ਸੰਬੰਧ ਦੂਜੇ ਨਾਲ ਦੱਸਦੇ ਨੇ। ਠੀਕ ਹੈ, ਇੱਕ ਸ਼ਬਦ ਦਾ ਸੰਬੰਧ ਦੂਜੇ ਸ਼ਬਦ ਨਾਲ। ਲੇਕਿਨ ਇਸ ਦੇ ਵਿੱਚ ਕੀ ਹੈ? ਇਸ ਦੇ ਵਿੱਚ ਹੈ ਕਿ ਜੋ 2 ਸ਼ਬਦੋਂ, ਵਾਕੰਸ਼ੋਂ ਜਾਂ ਵਾਕਾਂ ਨੂੰ, ਠੀਕ ਹੈ, ਆਪਸ ਦੇ ਵਿੱਚ ਮਿਲਾਉਂਦੇ ਨੇ ਉਸਨੂੰ ਸਮੁੱਚੇ ਬੋਧਕ ਕਹਾਂਗੇ। ਠੀਕ ਹੈ, ਇਹਨਾਂ ਨੂੰ ਯੋਜਕ ਵੀ ਕਿਹਾ ਜਾ ਸਕਦਾ, ਜਿਵੇਂ ਕਿ ਅਥਵਾ, ਤਥਾ, ਔਰ ਵੀ ਆਦਿ। ਇਹ ਜਿਹੜੇ 4 ਅੰਡਰਲਾਈਨ ਕੀਤੇ ਹੋਏ ਨੇ ਨਾ, ਇਹ ਕੁਐਸਚਨ ਆ ਚੁੱਕਿਆ ਹੈ। ਐਗਜ਼ਾਮਪਲ ਦੇ ਵਿੱਚ ਆਇਆ ਸੀ, 4 ਆਪਸ਼ਨਾਂ ਦਿੱਤੀਆਂ ਹੋਈਆਂ ਸੀ, ਉਹਨਾਂ ਦੇ ਵਿੱਚੋਂ ਇੱਕ ਹੈਗਾ ਸੀ ਤਥਾ। ਠੀਕ ਹੈ, ਤੇ ਪੁੱਛਿਆ ਗਿਆ ਸੀ ਕਿ ਇਹਨਾਂ ਵਿੱਚੋਂ ਸਮੁੱਚੇ ਬੋਧਕ ਕਿਹੜਾ ਹੈ? ਤਾਂ ਜਿਹਨੂੰ ਪਤਾ ਹੋਊਗਾ ਵੀ ਸਮੁੱਚੇ ਬੋਧਕ ਕੀ ਹੁੰਦੇ ਨੇ ਉਹੀ ਰਾਈਟ ਆਨਸਰ ਦੱਸੂਗਾ। ਠੀਕ ਹੈ, ਤਾਂ ਇਸ ਕਰਕੇ ਐਗਜ਼ਾਮਪਲਾਂ ਦੇ ਵਿੱਚੋਂ ਵੀ ਕੁਐਸਚਨ ਜਿਹੜੇ ਨੇ ਉਹ ਬਣ ਜਾਂਦੇ ਹੁੰਦੇ ਨੇ। ਤਾਂ ਜਿਹੜੇ ਸਮੁੱਚੇ ਬੋਧਕ ਕੀ ਹੋ ਗਏ? ਜਿਹੜੇ 2 ਸ਼ਬਦਾਂ, ਵਾਕਾਂ ਜਾਂ ਵਾਕਾਂ ਨੂੰ ਆਪਸ ਦੇ ਵਿੱਚ ਮਿਲਾਉਣ ਉਸਨੂੰ ਸਮੁੱਚੇ ਬੋਧਕ ਆਪਾਂ ਕਹਾਂਗੇ, ਯੋਜਕ ਕਹਾਂਗੇ। ਠੀਕ ਹੈ, ਉਸ ਤੋਂ ਬਾਅਦ ਲਾਸਟ ਹੈ ਜੀ ਵਿਸਮयादि ਬੋਧਕ। ਇਹ ਤਾਂ ਸਾਰਿਆਂ ਨੂੰ ਪਤਾ ਹੀ ਹੋਊਗਾ, ਜਿਹੜੀ ਕਿ ਆਪਾਂ ਪੰਜਾਬੀ ਦੇ ਵਿੱਚ ਵੀ ਪੜ੍ਹਦੇ ਹਾਂ, ਵਿਸਮਿਕ ਚਿੰਨ੍ਹ ਹੋ ਗਏ। ਠੀਕ ਹੈ, ਉਹ ਵਾਲੇ ਦੇ ਕੀ ਆ? ਉਹ ਵੀ ਅਵਿਕਾਰੀ ਸ਼ਬਦ ਨੇ ਜੋ ਵਾक्य में भावों को प्रकट करते हैं, यानी कि ਆਪਣੀਆਂ ਭਾਵਨਾਵਾਂ ਨੂੰ ਜਿਹੜੇ ਦਰਸਾਉਂਦੇ ਨੇ ਉਸਨੂੰ ਵਿਸਮयादि ਬੋਧਕ ਅਵਯਯ ਕਹਿੰਦੇ ਨੇ, ਜਿਵੇਂ ਸਾਥ, ਵਾਹ ਵਾਹ, ਉਹ ਆਦਿ। ਠੀਕ ਹੈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵਾਹ ਕਿੰਨਾ ਸੋਹਣਾ ਫੁੱਲ ਹੈ। ਠੀਕ ਹੈ, ਤਾਂ ਆਪਾਂ ਨੇ ਕੀ ਕਰਿਆ? ਆਪਾਂ ਨੇ ਆਪਣੀ ਉਹ ਦੱਸਤੀ, ਭਾਵਨਾ ਦੱਸਤੀ ਕਿ ਸਾਨੂੰ ਇਹ ਫੁੱਲ ਜਿਹੜਾ ਸੋਹਣਾ ਲੱਗ ਰਿਹਾ। ਕਾਹਦੇ ਰਾਹੀਂ? ਵਾਹ ਦੇ ਰਾਹੀਂ, ਜਿਸ ਦੇ ਰਾਹੀਂ ਜਿਹੜੀ ਆਪਾਂ ਆਪਣੀ ਭਾਵਨਾਵਾਂ ਨੂੰ ਦੱਸਦੇ ਹਾਂ। ਤਾਂ ਇਹ ਕਿਹੜੇ ਹੋ ਗਏ? ਵਿਸਮयादि ਬੋਧਕ ਹੋ ਗਏ। ਠੀਕ ਹੈ, ਤਾਂ ਇਹ ਸੀਗੇ ਜੀ ਅਵਿਕਾਰੀ ਸ਼ਬਦ ਆਪਣੇ ਕੋਲ। ਓਕੇ, ਤਾਂ ਇਸ ਦੇ ਨਾਲ ਹੀ ਆਪਣਾ ਇਹ ਚੈਪਟਰ ਜਿਹੜਾ ਕੰਪਲੀਟ ਹੁੰਦਾ ਵਿਕਾਰੀ ਔਰ ਅਵਿਕਾਰੀ। ਆਈ ਹੋਪ ਤੁਹਾਨੂੰ ਵੀਡੀਓ ਜਿਹੜੀ ਹੈ ਹੈਲਪਫੁਲ ਰਹੇਗੀ। ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਜਿਹੜੇ ਕਿ TTU ਨਾਹਾ ਚੈਨਲ ਦੀ ਜਿਹੜੀ ਹੈ ਤਿਆਰੀ ਕਰ ਰਹੇ ਨੇ। ਇਸ ਦੇ ਨਾਲ ਹੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੀ ਜ਼ਿਆਦਾ ਹੈਲਪਫੁਲ ਵੀਡੀਓ ਜਿਹੜੀਆਂ ਨੇ ਇਸ ਚੈਨਲ ਤੋਂ ਦੇਖਣ ਨੂੰ ਮਿਲਣਗੀਆਂ। ਬਾਕੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ, ਕੋਈ ਸੁਝਾਅ ਹੋਵੇ, ਕੋਈ ਕੁਐਸਚਨ ਹੋਵੇ ਕਿਸੇ ਪੁਆਇੰਟ ਨੂੰ ਲੈ ਕੇ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਬੇਝਿਜਕ ਹੋ ਕੇ ਪੁੱਛ ਸਕਦੇ ਹੋ। ਪੂਰਾ PDF ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦੇਵਾਂਗੀ, ਤੁਸੀਂ ਜਾ ਕੇ ਉੱਥੇ ਵੀ ਜਿਹੜਾ ਇਸ ਨੂੰ ਪੜ੍ਹ ਸਕਦੇ ਹੋ, ਡਾਊਨਲੋਡ ਕਰ ਸਕਦੇ ਹੋ। ਬਾਕੀ ਆਪਣੇ ਕੋਲ ਪੰਜਾਬੀ ਦੀਆਂ ਤੇ ਹਿਸਟਰੀ ਦੀਆਂ ਕਲਾਸਿਸ ਜਿਹੜੀਆਂ ਨੇ ਆਲਮੋਸਟ ਕਵਰ ਹੋ ਚੁੱਕੀਆਂ ਨੇ। ਜੇਕਰ ਤੁਸੀਂ ਪਿਛਲੀਆਂ ਕਲਾਸਿਸ ਨਹੀਂ ਦੇਖੀਆਂ ਤਾਂ ਜ਼ਰੂਰ ਦੇਖੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਉੱਥੇ ਹਰ ਪ੍ਰਕਾਰ ਦੀ ਜਿਹੜੀ ਕਲਾਸਾਂ ਦੇ ਲਿੰਕ ਨੇ ਉਹ ਅਵੇਲੇਬਲ ਨੇ। ਓਕੇ, ਤਾਂ ਜਲਦੀ ਹੀ ਹਾਜ਼ਰ ਹੋਵਾਂਗੇ ਆਪਾਂ ਹਿੰਦੀ ਦੀ ਨਵੀਂ ਕਲਾਸ ਲੈ ਕੇ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੁਹਾਡਾ ਧੰਨਵਾਦ, ਥੈਂਕ ਯੂ।